हम आज पहुंचे हैं गुरु नानक देव अस्पताल और हमारे साथ में हैं पद्मा का परिवार। ये वही महिला है जिसकी कल बॉडी होशियारपुर के प्रीतम के साथ एक्सचेंज हो गई थी। इन्होंने कल प्रीतम सिंह को ही अपनी बच्ची समझकर जो है उनका दाह संस्कार कर दिया है। हमारे साथ हैं पद्मा के पिता। ਤੁਹਾਡਾ ਨਾਮ ਭਾਜੀ? ਦਵਿੰਦਰ ਹੀਰਾ ਜੀ। थोड़ा दसोगे की मुश्किल हुई है ਜੀ ਮੇਰੀ ਬੇਟੀ ਕੈਂਸਰ ਦੀ ਮਰੀਜ਼ ਸੀ। 1 ਮਹੀਨੇ ਤੱਕ ਤਕਰੀਬਨ ਅਸੀਂ ਆਪਣਾ ਗੁਰੂ ਰਾਮਦਾਸ ਹਸਪਤਾਲ ਦਾਖਲ ਸੀ। ਅੱਜ ਤੋਂ 3 ਦਿਨ ਪਹਿਲਾਂ ਗੁਰੂ ਰਾਮਦਾਸ ਵਾਲਿਆਂ ਨੇ ਰਾਤੀ ਸਾਨੂੰ 2 ਵਜੇ ਫੋਨ ਕੀਤਾ ਕਿ ਤੁਹਾਡੀ ਬੇਟੀ ਦੀ ਤਬੀਅਤ ਬਹੁਤ ਖਰਾਬ ਹੈ ਅਤੇ ਤੁਸੀਂ ਇੱਥੇ ਆਓ, ਅਸੀਂ ਕਰੋਨਾ ਟੈਸਟ ਕਰਨਾ। 2 ਵਜੇ ਕੇ ਟੈਸਟ ਕੀਤਾ, 2:05 ਤੇ ਕਹਿੰਦੇ ਜੀ ਤੁਹਾਡੀ ਬੇਟੀ ਨੂੰ ਕਰੋਨਾ ਹੋ ਗਿਆ। ਇਹ ਕਿੰਨੀ ਤਰੀਕ ਦੀ ਗੱਲ ਹੈ? ਇਹ ਬੁੱਧਵਾਰ ਰਾਤ ਜੀ, ਬੁੱਧਵਾਰ ਰਾਤ 2 ਵਜੇ। ਉੱਥੋਂ ਸਾਨੂੰ ਡਿਸਚਾਰਜ ਫਟਾਫਟ ਇਮੀਡੀਏਟਲੀ ਕਰਕੇ ਸਾਨੂੰ ਗੁਰੂ ਨਾਨਕ ਭੇਜਤਾ। ਗੁਰੂ ਨਾਨਕ ਹਸਪਤਾਲ ਆਇਆ, ਦਾਖਲ ਕਰਾਇਆ ਐਮਰਜੈਂਸੀ ਵਾਰਡ 'ਚ। ਉੱਥੇ ਸਵੇਰੇ ਟੈਸਟ ਹੋਇਆ, ਅਗਲੇ ਦਿਨ 12 ਵਜੇ ਰਿਪੋਰਟ ਆਈ ਹੈ ਪੋਜ਼ੀਟਿਵ ਦੀ। ਰਾਤ ਨੂੰ ਬੇਟੀ ਦੀ ਡੈਥ ਹੋ ਗਈ ਹੈ। ਤੇ ਕੱਲ ਜਿਸ ਤਰ੍ਹਾਂ ਤੁਹਾਨੂੰ ਗਲਤ ਬਾਡੀ ਹੈਂਡਓਵਰ ਕਰ ਦਿੱਤੀ ਗਈ, ਉਹਦੇ ਬਾਰੇ ਤੁਹਾਡਾ ਕੀ ਕਹਿਣਾ? ਇੱਕ ਤਾਂ ਜਦੋਂ ਬੇਟੀ ਦੀ ਡੈਥ ਹੋਈ ਸਾਨੂੰ ਇਹਨਾਂ ਨੇ ਇਨਫੋਰਮ ਨਹੀਂ ਕੀਤਾ। ਸਾਨੂੰ ਉੱਥੇ ਮੇਰੇ ਬੇਟੇ ਦਾ ਦੋਸਤ ਸੀ, ਉਹਦੀ ਵਾਈਫ ਨੂੰ ਵੀ ਕਰੋਨਾ ਹੋਇਆ ਸੀ। ਉਹਨੇ ਸਾਨੂੰ ਰਾਤੀ 1:30 ਵਜੇ ਫੋਨ ਕੀਤਾ ਕਿ ਤੁਹਾਡੀ ਬੇਟੀ ਦੀ ਡੈਥ ਹੋ ਗਈ ਹੈ। ਜਦੋਂ ਡੈਥ ਹੋਣ ਤੋਂ ਬਾਅਦ ਸਾਡਾ ਜਵਾਈ ਥੱਲੇ ਨੀਚੇ ਸੋਇਆ ਸੀ। ਅਸੀਂ ਆਪਣੇ ਜਵਾਈ ਨੂੰ ਫੋਨ ਕੀਤਾ ਕਿ ਉੱਪਰ ਜਾ, ਬੇਟੀ ਦੀ ਡੈਥ ਹੋ ਗਈ ਹੈ। ਜਦੋਂ ਡੈਥ ਹੋ ਗਈ ਤਾਂ ਉਹਨੂੰ ਕਿਹਾ ਅਤੇ ਉਹ ਗਿਆ ਉੱਤੇ, ਅਤੇ ਉਹਨਾਂ ਨੇ ਪਹਿਲਾਂ ਤਾਂ ਘੰਟਾ ਬੂਹਾ ਨਹੀਂ ਖੋਲ੍ਹਿਆ। ਬੂਹਾ ਖੋਲ੍ਹਣ ਤੋਂ ਬਾਅਦ ਉਹਨੇ 2 ਛਾਪਾਂ ਅਤੇ 1 ਟੋਪਸ ਜੋੜੀ ਪਾਏ ਸੀ। ਉਹਨੂੰ 1 ਟੋਪਸ ਅਤੇ 1 ਮੁੰਦਰੀ ਦੇ ਕੇ ਕਹਿੰਦੇ ਜੀ ਇਹ ਆਹ ਤੁਹਾਡੀ ਬੇਟੀ ਦੀ ਇਹ ਲਾਸਟ ਡੈੱਡ ਬੋਡੀ ਵਾਲੇ ਲੈ ਗਏ ਨੇ। ਜਦੋਂ ਉਹਨੇ ਕਹੀ ਇਹ 2 ਜਣੀਆਂ 2 ਛਾਪਾਂ ਸੀ ਅਤੇ ਟੋਪਸ ਜੋੜੀ ਸੀ। ਕਹਿੰਦੇ ਜਾ ਕੇ ਉਹ ਚੌਂਕੀ ਗਈ, ਉੱਥੇ ਜਾ ਕੇ ਕੰਪਲੇਂਟ ਲਿਖਾ ਦਿਓ। ਉਹ ਚੌਂਕੀ ਕੰਪਲੇਂਟ ਲਿਖਾਉਣ ਆਇਆ, ਕਹਿੰਦਾ ਟੈਸਟ ਪਹਿਲਾਂ ਤੁਸੀਂ ਸੰਸਕਾਰ ਕਰਕੇ ਆਓ, ਫਿਰ ਤੁਹਾਡੀ ਰਿਪੋਰਟ ਲਿਖਾਂਗੇ। ਉਸ ਤੋਂ ਬਾਅਦ ਕੱਲ੍ਹ ਜਦੋਂ ਸਾਨੂੰ ਹੀਰਾ ਜੀ ਦਾ ਫੋਨ ਆਇਆ, ਵਿਕਾਸ ਹੀਰਾ ਜੀ ਦਾ, SDM ਸਾਹਿਬ ਦਾ, ਕਿ ਤੁਸੀਂ 5 ਵਜੇ ਉੱਥੇ ਪਹੁੰਚ ਜਾਓ ਸ਼ਹੀਦਾਂ ਦੇ ਸ਼ਮਸ਼ਾਨ ਘਾਟ 'ਚ, ਉੱਥੇ ਸੰਸਕਾਰ ਹੋਏਗਾ, ਤੁਸੀਂ 5 ਬੰਦੇ ਲੈ ਕੇ ਆਉਣਾ। ਮੈਂ ਕਿਹਾ ਠੀਕ ਹੈ ਜੀ। ਉੱਥੇ ਜਦੋਂ ਗਏ ਆ, ਮੇਰੀ ਬੇਟੀ ਦੇ 2 ਛੋਟੇ ਬੱਚੇ ਸੀ, ਉਹ ਰੋਂਦੇ ਸੀ। ਮੈਂ ਕਿਹਾ ਸੀ ਇਹਨਾਂ ਨੂੰ ਤੁਸੀਂ ਉਹਨਾਂ ਦੀ ਸ਼ਕਲ ਵਿਖਾ ਦਿਓ। ਕਹਿੰਦੇ ਜੀ ਨਹੀਂ, ਇਹ ਨਹੀਂ ਅਸੀਂ ਵਿਖਾ ਸਕਦੇ। ਫਿਰ ਅਸੀਂ ਤਹਿਸੀਲਦਾਰ ਸਾਹਿਬ ਨੂੰ ਵੀ ਅਪਰੋਚ ਕੀਤੀ, ਫੋਨ ਕੀਤਾ ਮੇਰੇ ਭਤੀਜੇ ਨੇ, ਪਰ ਉਹਨਾਂ ਨੇ ਸਾਡੀ ਕੋਈ ਗੱਲ ਨਹੀਂ ਸੁਣੀ। ਅਸੀਂ ਆਪਣੀ ਬੇਟੀ ਸਮਝ ਕੇ ਸਾਰੇ ਹਿੰਦੂ ਰੀਤੀ ਰਿਵਾਜ ਦੇ ਨਾਲ ਸੰਸਕਾਰ ਕਰਤਾ। ਜਦ ਸੰਸਕਾਰ ਕਰਨ ਤੋਂ ਬਾਅਦ ਮੇਰੀ ਸਵੇਰੇ ਮੈਂ ਬਹੁਤ ਰਿਸ਼ਸ ਹੋਇਆ ਸੀ। ਮੈਨੂੰ ਲੋਕਾਂ ਦੇ ਫੋਨ ਆਏ ਕਿ ਤੁਹਾਡੀ ਬੇਟੀ ਦੀ ਤਾਂ ਲਾਸ਼ ਬਦਲ ਗਈ, ਲਾਸ਼ ਟਾਂਡੇ। ਵੇਖੋ ਕਿੱਡਾ ਹਨੇਰ ਹੈ ਕਿ ਕੋਈ ਪ੍ਰਸ਼ਾਸਨ ਇਸ ਚੀਜ਼ ਨੂੰ ਵੇਖਦਾ ਹੀ ਨਹੀਂ ਕਿ 4 ਲਾਸ਼ਾਂ ਕੱਲ੍ਹ ਬਦਲੀਆਂ ਗਈਆਂ। ਨਹੀਂ, ਤੁਹਾਨੂੰ ਕੱਲ ਤੁਸੀਂ ਜਦੋਂ ਬਾਡੀ ਤੁਹਾਨੂੰ ਹੈਂਡਓਵਰ ਕੀਤੀ ਹੈ, ਤੁਹਾਨੂੰ ਪਛਾਣ ਨਹੀਂ ਲੱਗੀ? ਇਹਨਾਂ ਨੂੰ ਦੇਖਣ ਨਹੀਂ ਦਿੱਤੀ? ਤੁਸੀਂ ਕਿਹਾ ਸੀ ਵੀ ਦੇਖਣ ਦਿਓ। ਕਿਹਾ ਜੀ, ਸਾਨੂੰ ਇਹਨਾਂ ਨੇ ਬਹੁਤ ਦੂਰ ਜਾ ਕੇ ਭੇਜਤਾ ਸੀ। ਤੁਸੀਂ ਤੁਹਾਡਾ ਕੀ ਨਾਮ ਹੈ ਜੀ? ਮੇਰਾ ਰਕੇਸ਼ ਕੁਮਾਰ ਜੀ। ਤੁਸੀਂ ਕੀ ਲੱਗਦੇ ਹੋ ਬੱਚੇ ਦੇ? ਮੈਂ ਤਾਂ ਜੀਜਾ ਜੀ। ਨਹੀਂ, ਲੜਕੀ ਜੀ। ਤੇ ਦੱਸੋ ਕਿ ਕੱਲ ਬਾਡੀ ਫਿਰ ਜਦੋਂ ਤੁਸੀਂ ਉੱਥੇ ਗਏ ਤੇ ਬਾਡੀ ਦੇਖਣ ਨਹੀਂ ਦਿੱਤੀ ਇਹਨਾਂ ਨੇ? ਸਰ ਇਹਨਾਂ ਨੂੰ ਬੜੀ ਰਿਕੁਐਸਟ ਕੀਤੀ ਆ, ਤੁਸੀਂ ਸਾਨੂੰ ਮੂੰਹ ਵਿਖਾ ਦਿਓ। ਨਿੱਕੇ ਨਿੱਕੇ ਬੱਚੇ ਰੋਂਦੇ ਪਏ ਆ, ਕਹਿੰਦੇ ਜੀ ਆਪਾਂ ਆਪਣੀ ਨੌਕਰੀ ਕਰਨੀ ਆ। ਸਾਨੂੰ ਪ੍ਰਸ਼ਾਸਨ 'ਤੇ ਪੂਰਾ ਵਿਸ਼ਵਾਸ ਸੀ, ਕੋਈ ਨਹੀਂ ਧੱਕਾ ਨਹੀਂ ਹੋਏਗਾ। ਜਦੋਂ ਲੋਕ ਦੇਖ ਕੇ ਉੱਤੇ ਨਾਲ ਪਦਮਾ ਲਿਖਿਆ ਵਾ, ਠੀਕ ਆ ਜੀ। ਅਤੇ ਜਦੋਂ ਸਵੇਰੇ ਅਖਬਾਰ 'ਚ ਫੋਟੋ ਆਈਆਂ ਅਤੇ ਸਾਨੂੰ ਲੋਕਾਂ ਦੇ ਫੋਨ ਆਉਣ ਲੱਗੇ, ਤੁਹਾਡੇ ਨਾਲ ਧੱਕਾ ਹੋ ਗਿਆ ਵਾ। ਤੁਸੀਂ ਬਾਡੀ ਦਾ ਟੈਗ ਦੇਖਿਆ? ਉਹਦਾ ਕਿਸ ਟੈਗ 'ਤੇ ਟੈਗ 'ਤੇ ਨਾਲ ਪਦਮਾ ਲਿਖਿਆ ਵਾ। ਤੇ ਬਾਡੀ ਹੁਣ ਆ ਗਈ? ਬੋਡੀ ਆ ਗੱਡੀ ਖੜੀ ਸਾਹਮਣੇ, ਗੱਡੀ 'ਚ ਲੈ ਕੇ ਆਏ ਆ। ਅੱਛਾ, ਹੁਣ ਤੁਸੀਂ ਮਤਲਬ ਜਿਵੇਂ ਜਦੋਂ ਤੁਹਾਨੂੰ ਪਤਾ ਲੱਗਿਆ, ਫਿਰ ਤੁਹਾਡੇ ਮਨ ਤੇ ਬੀਤੀ ਨਾ ਜੀ ਵੀ ਬੱਚੀ ਦੀ ਸੰਸਕਾਰ ਬਾਡੀ ਬਦਲ ਗਈ ਹੈ, ਹੁਣ ਤੁਹਾਨੂੰ ਦੁਬਾਰਾ ਸੰਸਕਾਰ ਕਰਨਾ ਪਏਗਾ ਉਹਦਾ? ਹਾਂਜੀ, ਸੰਸਕਾਰ ਕਰਨਾ ਪਏਗਾ। ਸਾਰਾ ਰੀਤੀ ਰਿਵਾਜ ਕਰਾਂਗੇ। ਅਸੀਂ ਸਵੇਰੇ ਚੁੱਕ ਸਾਹਿਬ ਨੂੰ ਫੋਨ ਕੀਤਾ, ਸੋਨੀ ਸਾਹਿਬ ਨੂੰ ਵੀ ਕੀਤਾ, ਸਾਰਿਆਂ ਨਾਲ ਕੰਟੈਕਟ ਕਰਕੇ ਫਿਰ ਸਾਡੀ ਜਿਹੜੀ ਕਿ ਨਹੀਂ ਪਤਾ ਲੱਗਾ ਉੱਥੇ ਡੈੱਡ ਬੋਡੀ। ਫਿਰ ਵਿਕਾਸ ਹੀਰਾ ਜੀ ਨੂੰ ਕਿਹਾ, ਉਹਨਾਂ ਕਿਹਾ 12 ਤੋਂ 1 ਵਜੇ ਦੇ ਦਰਮਿਆਨ ਤੁਹਾਡੀ ਡੈੱਡ ਬੋਡੀ ਤੁਹਾਡੇ ਕੋਲ ਇੱਥੇ ਹਸਪਤਾਲ ਆ ਜਾਏਗੀ। ਹੁਣ ਤੁਹਾਡੀ ਕੀ ਡਿਮਾਂਡ ਹੈ? ਹੁਣ ਇਹ ਸਾਡੀ ਡਿਮਾਂਡ ਹੈ ਕਿ ਜਿਹੜੀ ਇੱਧਰ ਉੱਧਰ ਲਾਸ਼ਾਂ ਜਾਣ ਡੀਆਂ, ਕਮ ਸੇ ਕਮ ਲੋਕਾਂ ਨੂੰ ਇਨਸਾਫ ਮਿਲਣਾ ਚਾਹੀਦਾ। ਔਰ ਜਿਹਦੀ ਘਰ ਦੇ ਜੀਅ ਚਲ ਜੇ, ਉਹਦੀ ਦੂਸਰੀ ਦਾ ਸੰਸਕਾਰ ਕੀਤਾ ਜਾਵੇ, ਉਹਦੇ 'ਤੇ ਕੀ ਬੀਤਦੀ ਹੈ। ਅਸੀਂ ਆਪਣੇ ਸਾਰਾ ਸੰਸਕਾਰ ਕੱਲ੍ਹ ਕਰਕੇ ਹੁਣ ਦੂਸਰੀ ਵਾਰੀ ਫਿਰ ਸੰਸਕਾਰ ਕਰਾਂਗੇ। ਨਹੀਂ, ਇੱਕ ਜਿਹੜੀ ਤੁਸੀਂ ਗੋਲਡ ਦੀ ਗੱਲ ਕਰ ਰਹੇ ਹੋ, ਉਹਦੇ ਬਾਰੇ ਤੁਹਾਡਾ ਕੀ ਕਹਿਣਾ? ਅਸੀਂ ਗੋਲਡ ਬਾਰੇ ਅਸੀਂ ਤਾਂ ਕੱਲ੍ਹ ਕਿਹਾ ਸੀ ਕੋਈ ਨਹੀਂ, ਸਾਡੀ ਬੇਟੀ ਜਿੱਥੇ ਚਲ ਗਈ ਉੱਥੇ ਗੋਲਡ ਵੀ ਚਲੇ ਗਿਆ, ਕੋਈ ਗੱਲ ਨਹੀਂ। ਜਦੋਂ ਸਾਨੂੰ ਇਹ ਪਤਾ ਲੱਗਾ ਧੱਕਾ ਕਰਨ ਡੇ, ਮਤਲਬ ਗੋਲਡ ਦਾ ਵੀ ਅਸੀਂ ਕੱਲ੍ਹ ਚੁੱਪ ਕਰਕੇ ਇਹਨਾਂ ਨੂੰ ਕਿਹਾ ਇਹ ਸਾਰੇ ਪਾਸੇ ਧੱਕਾ ਹੀ ਕਰਨ ਡੇ ਨੇ। ਮਰੀਨ 2 ਮੁੰਦਰੀਆਂ ਸੀ, 1 ਮੁੰਦਰੀ ਸਾਨੂੰ ਇਹਨਾਂ ਵਾਪਸ ਦਿੱਤੀ ਹੈ। ਟੋਪਸ ਜੋੜੀ ਦੇ ਵਿੱਚੋਂ 1 ਟੋਪਸ ਦਿੱਤਾ ਵਾਪਸ।
एम्बुलेंस जो है पद्मा की बॉडी लेकर आप आ चुकी है। मैं कैमरामैन से कहूँगा कि वो दिखाए, हम ज़रा देखें। ये अब बॉडी को रिसीव करेंगे और यहाँ से सीधा जो है ये बॉडी को लेकर शमशान घाट जाएंगे। और हमारे साथ जो है वो अस्पताल का प्रशासन भी यहाँ पर पहुँचा हुआ है, हम उनसे भी बात करेंगे। यहाँ पर बॉडी को इसलिए लाया गया है कि ताकि परिवार के सदस्य उसकी शिनाख्त कर सकें। परिवार के सदस्यों को जब शिनाख्त करने के लिए कहा तो इन्होंने कहा कि आप लोगों ने सब ने पीपी किट पहन रखी है और हमें कह रहे हैं कि बिना पीपी किट के ही बॉडी की शिनाख्त करें। तो फिर मेडिकल सुपरिटेंडेंट डॉक्टर रमन शर्मा ने परिवार के सदस्यों को भी पीपी किट दे दी है। अब वो परिवार के सदस्य जो हैं पीपी किट पहनकर बॉडी की जांच करने के लिए परिवार के सदस्य पद्मा की बॉडी की शिनाख्त करने के लिए एम्बुलेंस में चढ़े हुए हैं और वो देख रहे हैं कि इस बार फिर कहीं जिला प्रशासन या अस्पताल प्रशासन को गलती ना कर दे कि बॉडी किसी और की ले जाए। और इन्होंने कल भी जो है दाह संस्कार किसी और का कर दिया है। इन्होंने पहचान कर ली है कि की नाम ਤੁਹਾਡਾ? ਮੇਰਾ ਨਾਮ ਵਿਕਾਸ ਹੈ ਜੀ। ਤੁਸੀਂ ਕੀ ਲੱਗਦੇ ਹੋ? ਮੈਂ ਉਹਦਾ ਬ੍ਰਦਰ ਹਾਂ। ਤੁਸੀਂ ਦੇਖ ਲਿਆ ਬੱਚੀ ਦਾ? ਹਾਂਜੀ ਭਾਜੀ ਬੋਡੀ ਦਾ ਬਹੁਤ ਬੁਰਾ ਹਾਲ ਕੀਤਾ ਹੋਇਆ। ਬੋਡੀ ਬਿਲਕੁਲ ਖਰਾਬ ਹੋ ਰਹੀ ਹੈ। ਜੋ ਇਹਨਾਂ ਦਾ ਕੰਡੀਸ਼ਨ ਕੀਤੀ ਬੋਡੀ ਦੀ ਕਿ ਬੋਡੀ ਪਰਸੋਂ ਰਾਤ ਦੀ ਡੈਥ ਹੋਈ ਵੀ 1:30 ਵਜੇ ਦੀ। ਬੋਡੀ ਦਾ ਬਹੁਤ ਬੁਰਾ ਹਾਲ ਕੀਤਾ ਇਹਨਾਂ ਨੇ, ਬਹੁਤ ਕੰਡੀਸ਼ਨ ਬੋਡੀ ਦੀ ਖਰਾਬ ਕੀਤੀ ਹੋਈ ਇਹਨਾਂ ਨੇ। ਤੇ ਤੁਹਾਡੀ ਫਿਰ ਹੁਣ ਕੀ ਡਿਮਾਂਡ ਹੋਊਗਾ ਜੀ? ਇਹਨਾਂ ਤੇ ਜਿਹੜੀ ਕਿ ਹੈਗੀ ਇਹਨਾਂ 'ਤੇ ਕਾਰਵਾਈ ਕੀਤੀ ਜਾਵੇ। ਕਿੰਨਾ ਤੇ? ਜਿਨ੍ਹਾਂ ਦੀ ਗਲਤੀ ਹੈਗੀ ਹੈ, ਜਿਨ੍ਹਾਂ ਨੇ ਗਲਤੀ ਕੀਤੀ, ਜਿਹੜੀ ਬੋਡੀਆਂ ਚੇਂਜ ਕਰ ਰਹੇ ਨੇ ਉਹਨਾਂ ਦੀ ਕਾਰਵਾਈ ਕੀਤੀ ਜਾਵੇ। ਆਪ ਦੇਖ ਰਹੇ ਚਾਹੀਦਾ ਜਿਹੜੀ ਬੋਡੀ ਫੇਸ ਹੈਗਾ, ਫੇਸ ਵਾਲਾ ਪਾਸਾ ਟ੍ਰਾਂਸਫਰ ਹੋਣਾ ਚਾਹੀਦਾ ਕਿ ਜਿਹੜੇ ਫੈਮਿਲੀ ਵਾਲੇ ਉਹਨਾਂ ਨੂੰ ਦਿਖਾਉਣਾ ਚਾਹੀਦਾ ਮੌਕੇ ਤੇ ਚੀਜ਼ ਦਿਖਾਣੀ ਚਾਹੀਦੀ कि बॉडी उन्होंने हैगी कि नहीं हैगी। ये थे पद्मा के भाई विकास, जिन्होंने बताया है कि बॉडी तो उनकी बहन की ही है, पद्मा की है, लेकिन जिला प्रशासन और ये अस्पताल प्रबंधन की ये बहुत बड़ी लापरवाही है। तो डॉक्टर साहब जी कमेटी कौन कौन है? ਕਮੇਟੀ ਸੀਨੀਅਰ ਅਫੀਸਰਸ ਹੈਗੇ। अच्छा डॉक्टर साहब एक कहना था कहना भी गोल्ड सारा चला गया है। ਮੈਨੂੰ ਪਤਾ ਨਹੀਂ ਜੀ, ਮੈਂ ਉਸ ਵਾਰਡ 'ਚ ਨਹੀਂ ਸੀ ਕੰਮ ਕਰਦਾ। ਦੂਸਰੇ ਡਾਕਟਰ ਜਿਹੜੇ ਕੰਮ ਕਰਦੇ ਉਹਨਾਂ ਨੂੰ ਪਤਾ ਹੋਏਗਾ। तो डॉक्टर साहब जी कमेटी बैठी है, इंक्वायरी की रिपोर्ट कब तक आ जाएगी? ਅਸੀਂ 2 ਦਿਨ ਦਾ ਟਾਈਮ ਦਿੱਤਾ ਉਹਨਾਂ ਨੂੰ। ਲੈਟ ਅਸ तो सर अगे तो इस तरह की गलती ना होए ਉਹਦੇ ਲਈ ਕੀ? ਸਾਨੂੰ ਸੁਝਾਅ ਦੇਣਗੇ ਨਾਲ। ਅੱਛਾ ਡਾਕਟਰ ਸਾਹਿਬ ਸਾਨੂੰ ਪਤਾ ਚੱਲਿਆ ਵੀ ਡੀਕੇ ਤਿਵਾੜੀ ਜੀ ਨੇ ਡਾਕਟਰ ਸੁਜਾਤਾ ਸ਼ਰਮਾ ਦੇ ਹੁੰਦਿਆਂ ਇੱਕ ਆਰਡਰ ਪਾਸ ਕੀਤਾ ਸੀ ਵੀ ਇੱਕ ਕਮੇਟੀ ਬਣਾਈ ਜਾਏ ਇਸ ਤਰ੍ਹਾਂ ਦੀ ਬੋਡੀ ਮੈਨੇਜਮੈਂਟ ਕਮੇਟੀ ਵੀ ਤਾਂ ਉਸ ਤੋਂ ਬਾਵਜੂਦ ਇਹ ਗਲਤੀ ਹੋਈ ਜੀ। ਬਣੀ ਹੋਈ ਕਮੇਟੀ ਉਸ ਕਮੇਟੀ ਆਪਣਾ ਫਿਰ ਤਰੀਕੇ ਨਾਲ ਨਾ ਨਹੀਂ ਕਿਹਾ ਜਾ ਸਕਦਾ ਕੁਝ ਵੀ, ਪਰ ਸ਼ਾਮਿਲ ਕੌਣ ਹੈ ਡਾਕਟਰ ਸਾਹਿਬ ਦੇ ਵਿੱਚ? ਮੈਨੂੰ ਪਤਾ नहीं सर, वो देख के पता लगेगा। ये हैं डॉक्टर रमन शर्मा, जिन्होंने बताया है कि बॉडी शिनाख्त करने के लिए कमेटी भी बनाई गई है, लेकिन उस कमेटी ने काम क्यों नहीं किया ये भी कह नहीं सकते। अगर कमेटी बनी है और गलती हुई है फिर तो ये उन लोगों पर भी कार्रवाई होनी चाहिए जिन्होंने अपनी ड्यूटी को सही ढंग से अंजाम नहीं दिया है। हमारे साथ हैं सिविल सर्जन डॉक्टर नवदीप सिंह, उनसे भी बात करेंगे। डॉक्टर साहब थोड़ा दस दो डॉक्टर साहब जो भी मामला होया बारे की कहना थोड़ा? ਕੋਈ ਖਾਸ ਗੱਲ ਨਹੀਂ, ਤੁਹਾਨੂੰ ਡਾਕਟਰ MS ਸਾਹਿਬ ਨੇ ਦੱਸ ਹੀ ਦਿੱਤਾ ਹੋਣਾ ਹੈਗਾ। ਉਹ ਜ਼ਿਆਦਾ ਬੈਟਰ ਜਾਣਦੇ ਮੇਰੇ ਨਾਲੋਂ, ਮੈਂ ਤੇ ਅਸਿਸਟ ਕਰਨ ਵਾਸਤੇ ਆਇਆ ਹੈਗਾ। ਅੱਜ ਸਰ ਤੁਸੀਂ ਕਿਉਂ ਆਏ? ਮੈਂ ਤੇ ਕਿਉਂਕਿ ਅਸੀਂ ਇਹ ਸ਼ੱਕ ਕਰ ਰਹੇ ਸੀਗੇ ਕਿ ਸਾਡਾ ਨਾ ਹੋਵੇ, ਤੇ ਉਹ ਮੈਂ ਉਸ ਵਾਸਤੇ ਪਹਿਲਾਂ ਹੀ ਪ੍ਰਬੰਧ ਕੀਤੇ ਗਏ ਸੀਗੇ, ਤੇ ਉਹ ਸਾਡੇ ਹੀ ਦਾ ਹੀ ਪਤਾ ਲੱਗਾ ਕਿ ਉਹੀ ਹੋਇਆ, ਤੇ ਉਹ ਸੇਮ ਡੈਡ ਬੋਡੀ ਦਾ ਸੀ। ਇਨਕੁਆਇਰੀ ਕੌਣ ਕਰ ਰਿਹਾ ਇਸ ਮਾਮਲੇ ਵਿੱਚ? ਇਹ ਮੈਡੀਕਲ ਕਾਲਜ ਵਾਲੀ। ਤੇ ਡਾਕਟਰ ਸਾਹਿਬ ਇਹਦੀ ਬੋਡੀ ਦਾ ਸੰਸਕਾਰ ਕਿੱਥੇ ਕਰਾਣਾ? ਮੈਨੂੰ ਹਜੇ ਤਾਂ ਮੈਂ ਖਲੋਤਾ ਹੀ ਹਾਂ, ਮੈਂ ਹਜੇ ਮਿਲਿਆ ਨਹੀਂ ਹੈਗਾ, ਇਹਦੇ ਬਾਰੇ ਹੁਣੇ ਡਿਸਾਈਡ ਕਰਨਗੇ, ਸਿਵਲ ਇਨਵੈਸਟੀਗੇਸ਼ਨ ਕਰੇਗੀ। ਹਾਂਜੀ, ਉਹਨਾਂ ਨਾਲ ਟੱਚ ਹੋ ਗਿਆ, ਉਹਨਾਂ ਨੂੰ ਮੈਂ ਦੱਸ ਦਿੱਤਾ ਹੈਗਾ। ये देखिए सिविल सर्जन डॉक्टर नवदीप सिंह भी पहुंच चुके हैं, कह रहे हैं कि जो कुछ करना है वो डिस्ट्रिक्ट एडमिनिस्ट्रेशन और मेडिकल कॉलेज प्रबंधन की ओर से किया जाना, गुरु नानक देव अस्पताल प्रबंधन की ओर से किया जाना है, इसलिए वो इस बारे में कुछ कह नहीं सकते हैं। हमारे साथ हैं मेडिकल कॉलेज के प्रिंसिपल डॉक्टर राजीव देवगन, उनसे बात करेंगे। डॉक्टर साहब ये जो कल सारा मामला है उसके लेकर आपका क्या कहना है? नहीं, अभी सारा कुछ सामने आ गया है, क्लियर हो गया है। एक डेड बॉडी एक्सचेंज हुई है, वो लकीली जो ठीक जगह पे आ गई है। बाकी जो दूसरा जो जिनकी क्रीमेशन हो गई है उनके लिए हमें बहुत दुख है। आगे देखते हैं प्रशासन हमारे कैसे जो है इसको हम डील करते हैं। नहीं, लापरवाही हुई इस लेवल पे है कि जब डेड बॉडी पैक होती है उसके स्टिकर लगते हैं, ठीक। वो स्टिकर क्योंकि इंसिडेंस ऐसा था कि 2 डेथ सेम टाइम पे हुई, रात को 11 बजे 11:15 बजे, सेम ही यूनिट में हुई हैं, एक ही वार्ड में हुई। वो जब बॉडी एक बार रैप हो जाती है, कवर हो जाती है, उसके बाद उसको बैग में डालते हैं, फिर उसके ऊपर उसका ID स्टिकर लगाते हैं। जब बैग में डाला गया उसके बाद ID स्टिकर लगाने में जो है, जो हमारे जो क्लास 4 एम्प्लॉई या जो भी ड्यूटी पे होता है वो ID स्टिकर लगा देते हैं। तो डॉक्टर साहब इसमें क्या कार्रवाई की गई फिर साहब? कार्रवाई अभी हम देख रहे हैं, कर रहे हैं, पर जल्दी ही वो पता हो जाएगा। एक बार अभी सारा क्लियर हो जाए
हमें पता चला है कुछ 2 लोगों को सस्पेंड किया गया है, कौन कौन किस किस को? हमने कमेटी बिठाई है, उसमें कमेटी अपनी अभी एक दो दिन में ही जांच करके सारा फाइनल रिस्पॉन्सिबिलिटी फिक्स करके अभी डॉक्टर साहब किसी को सस्पेंड किया गया या नहीं? अभी हमने दो लोगों को किया है, उसकी जानकारी हम आपको दे देंगे बाद में। नहीं बता देंगे, कोई नहीं। पर तो बता दें सर, हम एक्चुअली लोग जानना चाहते हैं कि आप लोग क्या चाहते हैं उसमें यही है कि जो हमारे क्लास 4 एम्प्लॉई हैं जो बॉडी पैक करते हैं उनको हमने किया है, ठीक है। बाकी जो आगे जो है किस लेवल पे हुई है कार्रवाई, उसके लिए एक आपको शायद पता होगा डीसी साहब ने मैजिस्ट्रियल इंक्वायरी भी बिठा दी है, तो सारा जो है इसको हम तय तक देखेंगे ताकि ये आगे ना हो सके। अच्छा डॉक्टर साहब, एक कमेटी बनी थी, डॉक्टर सुजाता शर्मा प्रिंसिपल थी तब, डॉक्टर सेक्रेटरी जो हैं विभाग के डीके तिवारी, उन्होंने कमेटी बनाई थी ये जो शवों की शिनाख्त के लिए एक कमेटी बनेगी और वो कमेटी ही डिसाइड करेगी बॉडी किसको हैंड ओवर की जानी है, उस पर क्या कहना है? वो तो ऐसा है, बॉडी हैंडओवर के लिए तो एडमिनिस्ट्रेशन की क्लियर कट गाइडलाइंस हैं, वो उन्हीं गाइडलाइंस के हिसाब से काम हो रहा है, ठीक है। थैंक यू। ये थे मेडिकल कॉलेज के प्रिंसिपल डॉक्टर राजीव देवगन, जिन्होंने स्पष्ट कहा है कि गलती तो हुई है और इसमें फिलहाल सभी को बचाने की कोशिश की जा रही है। केवल 2 दर्जा 4 कर्मचारियों को सस्पेंड करके ही इतिश्री कर ली गई है। अब ये जांच कब होगी, कब रिपोर्ट आएगी और कब किसी पर कार्रवाई होगी, ये अभी कुछ कहना ठीक नहीं होगा। वहीं डिप्टी कमिश्नर की ओर से भी मामले की जुडिशली जांच, मजिस्ट्रेट जांच के आदेश जारी कर दिए हैं। शवों की अदला बदली को लेकर जहां मेडिकल प्रबंधन की ओर से दर्जा 4 कर्मचारियों और स्टाफ नर्सों को सस्पेंड करने की बात की जा रही है, उसका विरोध शुरू हो गया है। आइए हम आपको दिखाते हैं किस तरह स्टाफ नर्सों ने इसका विरोध किया और ये कहा है यदि बेवजह स्टाफ नर्सों या दर्जा 4 कर्मचारियों को सस्पेंड किया गया तो वह अनिश्चितकालीन हड़ताल पर चले जाएंगे। ਕਿਉਂਕਿ ਲੱਗਦਾ ਉਹਨਾਂ ਨੂੰ ਹੁੰਦਾ ਜਿਨ੍ਹਾਂ ਦਾ ਕੋਈ ਕਸੂਰ ਹੋਵੇ। ਭੈਣ ਜੀ ਤੁਹਾਡਾ ਨਾਮ? ਮੇਰਾ ਨਾਮ ਦਿਲਰਾਜ ਕੌਰ ਹੈ, ਮੈਂ ਨਰਸਿੰਗ ਐਸੋਸੀਏਸ਼ਨ ਦੀ ਮੈਂਬਰ ਹਾਂ ਗੁਰੂ ਨਾਨਕ ਹਸਪੀਟਲ ਵਿੱਚ। ਤੁਹਾਨੂੰ ਤੁਸੀਂ ਕਿਉਂ ਤੁਹਾਡਾ ਕੀ ਕਹਿਣਾ ਹੈ ਜਿਹੜਾ ਜੋ ਵੀ ਹੋਇਆ ਜਿਹੜੀ ਡੈੱਡ ਬੋਡੀ ਬਦਲੀ ਹੈ, ਤੁਹਾਡਾ ਕੀ ਕਹਿਣਾ ਹੈ? ਵੇਖੋ ਉਹਦੇ ਬਾਰੇ ਅਸੀਂ ਇਹੀ ਚਾਹੁੰਦੇ ਹਾਂ ਕਿ ਇਹਦੀ ਪਾਰਦਰਸ਼ੀ ਟਰਾਂਸਪੇਰੈਂਸ ਵੇ ਨਾਲ ਪੂਰੀ ਇਹਦੀ ਇਨਕੁਆਇਰੀ ਕੀਤੀ ਜਾਵੇ ਕਿ ਗਲਤੀ ਕਿੱਥੇ ਹੋਈ ਹੈ। ਸਿੱਧਾ ਆਪਾਂ ਕਹੀ ਜਾਈਏ ਕਿ ਜੇ ਦਰਜਾ 4 ਤੇ ਸਟਾਫ ਨਰਸਾਂ ਦੀ ਗਲਤੀ ਕਰਕੇ ਇੰਜ ਹੋਇਆ, ਇਹ ਬਹੁਤ ਗਲਤ ਆ। ਅਸੀਂ ਚਾਹੁੰਦੇ ਹਾਂ ਕਿ ਇਸ ਚੀਜ਼ ਦੀ ਇਨਕੁਆਇਰੀ ਕੀਤੀ ਜਾਵੇ ਤੇ ਜੇ ਸਾਡੀ ਕਿਸੇ ਸਟਾਫ ਮੈਂਬਰ ਨੂੰ ਬਿਨਾਂ ਵਜ੍ਹਾ ਐਲੀਗੇਸ਼ਨ ਲਾ ਕੇ ਆਪਾਂ ਫਸਾਉਂਦੇ ਆ ਤੇ ਅਸੀਂ ਪੂਰਾ ਪਟਿਆਲਾ ਤੇ ਅੰਮ੍ਰਿਤਸਰ ਸੀਨੀਅਰ ਜੂਨੀਅਰ ਸਾਰੇ ਕੰਮ ਛੋੜ ਕੇ ਬਾਹਰ ਸੜਕਾਂ ਤੇ ਆ ਜਾਣਗੇ। ਕੋਈ ਨਰਸਾਂ ਸਸਪੈਂਡ ਕੀਤਾ ਗਿਆ? ਨਹੀਂ, ਅਜੇ ਇਦਾਂ ਦਾ ਕੋਈ ਵੀ ਗੱਲ ਨਹੀਂ ਸਾਨੂੰ ਦੱਸੀ ਗਈ। ਸਾਨੂੰ ਤੇ ਮੀਡੀਆ ਦੇ ਥਰੂ ਹੀ ਪਤਾ ਲੱਗਣ ਡਿਆ ਹੈ ਕਿ ਨਰਸਸ ਨੂੰ ਤੇ ਦਰਜਾ 4 ਮੁਲਾਜ਼ਮਾਂ ਨੂੰ ਬਲੇਮ ਕੀਤਾ ਜਾ ਰਿਹਾ ਕਿ ਇਹਨਾਂ ਦੀ ਗਲਤੀ ਨਾਲ ਇੰਜ ਹੋਇਆ। ਇਹ ਗਲਤੀ ਤੁਹਾਨੂੰ ਕੀ ਲੱਗਦਾ ਭੈਣ ਜੀ, ਗਲਤੀ ਕਿਹਦੀ ਹੈ? ਇਹਦੇ ਬਾਰੇ ਮੈਂ ਪਹਿਲਾਂ ਹੀ ਇਹ ਕਹਿ ਚੁੱਕੀ ਹਾਂ ਕਿ ਪਹਿਲਾਂ ਆਪਾਂ ਕਿਉਂਕਿ ਡੈਡ ਪੇਸ਼ੈਂਟ ਐਕਸਪਾਇਰ ਹੁੰਦਾ, ਪੇਸ਼ੈਂਟ ਇੱਥੋਂ ਸ਼ਿਫਟ ਹੁੰਦਾ ਮੋਰਚਰੀ 'ਚ, ਫਿਰ ਡੈਡ ਹਾਊਸ 'ਚ, ਫਿਰ ਪੇਸ਼ੈਂਟ ਜਾਂਦਾ ਹੈ। ਆਪਾਂ ਇਹ ਕਹਿ ਨਹੀਂ ਸਕਦੇ ਕਿ ਇਸ ਬੰਦੇ ਦੀ ਗਲਤੀ ਹੈ। ਇੰਨੇ ਪੜਾਵਾਂ 'ਚ ਪੇਸ਼ੈਂਟ ਸ਼ਿਫਟ ਹੁੰਦਾ ਹੈ, ਤੁਸੀਂ ਕਿੱਦਾਂ ਕਹਿ ਸਕਦੇ ਕਿ ਇਸ ਬੰਦੇ ਦੀ ਗਲਤੀ ਹੈ? ਇਸ ਕਰਕੇ ਮੈਂ ਇਸ टाइम पे कुछ भी नहीं कहना चाहती कि किसकी गलती है। थैंक यू। शवों की अदला बदली को लेकर काफ़ी हंगामा मचा हुआ है। माना जा रहा है कि ये गाज जो है डॉक्टरों की बजाय नर्सिंग स्टाफ और दर्जा 4 कर्मचारियों पर गिरने जा रही है। हमारे साथ हैं दर्जा 4 कर्मचारी यूनियन के प्रधान नरेंद्र सिंह, हम इनसे बात करेंगे भी आखिर क्या मामला है और उनका क्या कहना है। देखो जी, ਜਿਹੜੀ ਇਹ ਘਟਨਾ ਵਾਪਰੀ ਹੈ ਬੜੀ ਮੱਧਭਗਨੀ ਘਟਨਾ ਵਾ, ਪਰ ਸਾਨੂੰ ਇੰਜ ਲੱਗਦਾ ਵੀ ਇਹ ਘਟਨਾ ਦੇ ਲਿਪਾਪੁੱਤੀ ਕਰਕੇ ਇਸ ਘਟਨਾ ਨੂੰ ਦਬਾਉਣ ਦੇ ਲਈ ਅਧਿਕਾਰੀਆਂ ਵੱਲੋਂ ਦਰਜਾ 4 ਤੇ ਸਟਾਫ ਨਰਸਿਸ ਦੇ ਉੱਤੇ ਕਾਰਵਾਈ ਕਰਨ ਦੀ ਪੂਰੀ ਤਿਆਰੀ ਕਰ ਲਈ ਗਈ ਹੈ। ਰਾਤ ਨੂੰ ਚਿੱਠੀਆਂ ਜਿਹੜੀਆਂ ਉਹ ਡਾਇਰੈਕਟਰ ਤੇ ਸੈਕਟਰੀ ਨੂੰ ਭੇਜ ਦਿੱਤੀਆਂ ਗਈਆਂ ਨੇ, ਜਦ ਕਿ ਡੈੱਡ ਬੋਡੀ ਹੈਂਡਓਵਰ ਕਰਨਾ, ਡਰਾਹਦਾਰੀ ਦੇਣੀ ਤੇ ਡੈੱਡ ਡਿਕਲੇਅਰ ਕਰਨਾ ਇਹ ਅਧਿਕਾਰੀਆਂ ਦਾ ਕੰਮ ਹੈ। ਇਸ ਕਰਕੇ ਅਸੀਂ ਮਹਿਸੂਸ ਕਰਦੇ ਵੀ ਸਰਕਾਰ ਤੇ ਅਧਿਕਾਰੀ, ਅਸੀਂ ਜਦੋਂ ਸਟਾਫ ਨਰਸਿਸ ਦਰਜਾ 4 ਕਰੋਨਾ ਵਾਇਰਸ ਦੀ ਲੜਾਈ ਦੇ ਵਿੱਚ ਮੋਢੀ ਰੋਲ ਅਦਾ ਕਰ ਰਿਹਾ, ਜ਼ਮੀਨੀ ਲੈਵਲ ਤੇ ਕੰਮ ਕਰ ਰਹੇ, ਮਰੀਜ਼ ਦੇ ਲਾਗੇ ਉਹ ਹੁੰਦੇ ਸਭ ਤੋਂ ਪਹਿਲਾਂ, ਤੇ ਜੇ ਉਹਨਾਂ ਨੂੰ ਹੀ ਇਹ ਪ੍ਰਤਾੜਨਾ ਕੀਤੀ ਜਾਊਗੀ ਤਾਂ ਅਸੀਂ ਇੰਡੀਪੈਂਡੈਂਟ ਸਟ੍ਰਾਈਕ ਤੇ ਜਾਣ ਲਈ ਮਜਬੂਰ ਹੋਵਾਂਗੇ। ਤੁਹਾਡਾ ਕਹਿਣਾ ਵੀ ਇਹ ਡਾਕਟਰਾਂ ਨੂੰ ਬਚਾਉਣ ਦੀ ਕਾਰਨ ਇਹ ਜਿਹੜੀ ਗਾਜ ਹੈ ਇਹਨਾਂ ਨੂੰ ਦਰਜਾ 4 ਕਰਮਚਾਰੀਆਂ ਨੂੰ ਤੇ ਨਰਸਾਂ ਨੂੰ ਜਿਹੜਾ ਉਹ ਟਾਰਗੇਟ ਕੀਤਾ ਜਾਏਗਾ? ਬਿਲਕੁਲ ਜੀ, ਬਿਲਕੁਲ। ਅਧਿਕਾਰੀਆਂ ਨੇ ਜਦੋਂ ਤੱਕ ਮਰੀਜ਼ ਛੁੱਟੀ ਹੋਣੀ, ਹਸਪਤਾਲ 'ਚ ਕੋਈ ਬਿਹਤਰ ਕੰਮ ਹੋਣਾ, ਮਰੀਜ਼ ਵਧੀਆ ਤਰੀਕੇ ਨਾਲ ਛੁੱਟੀ ਕਰਨੀ ਆ, ਉਦੋਂ ਸਾਰੇ ਅਧਿਕਾਰੀ ਫੁੱਲ ਲੈ ਕੇ ਖਲੋ ਜਾਂਦੇ ਵੀ ਅਸੀਂ ਮਰੀਜ਼ਾਂ ਨੂੰ ਠੀਕ ਕੀਤਾ। ਉਦੋਂ ਕਿਸੇ ਕਲਾਸ 4 ਦਾ ਕਿਸੇ ਸਟਾਫ ਨਰਸ ਦਾ ਨਾਂ ਨਹੀਂ ਹੁੰਦਾ। ਪਰ ਜਦੋਂ ਕੋਈ ਘਟਨਾ ਵਾਪਰ ਜਾਂਦੀ ਹੈ ਉਹ ਫਿਰ ਜਲਦੀ ਜਿਹੜੇ ਆ ਅਧਿਕਾਰੀ ਜਿਹੜੇ ਆ ਉਹ ਥੱਲੇ ਕਰਮਚਾਰੀ, ਹੁਣ ਇਨਕੁਆਇਰੀ ਕਰਨੀ ਕਿੰਨੇ ਆ? ਡਾਕਟਰਾਂ ਨੇ ਇਨਕੁਆਇਰੀ ਕਰਨੀ ਨਾ, ਅਸੀਂ ਤਾਂ ਇਨਕੁਆਇਰੀ ਕਰਨੀ ਨਹੀਂ। ਤਾਂ ਫਿਰ ਹਰ ਬੰਦਾ ਜਿਹੜਾ ਆਪਣੇ ਬੰਦੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤਾ, ਜੇ ਇਹੋ ਜਿਹੀ ਗੱਲ ਵਾਪਰੀ ਤਾਂ ਅਸੀਂ ਜਿਹੜੀ ਇੰਡੀਪੈਂਡੈਂਟ ਸਟ੍ਰਾਈਕ ਤੇ ਜਾਣ ਲਈ ਮਜਬੂਰ ਹੋਵਾਂਗੇ। ये थे गुरु नानक देव अस्पताल दर्जा 4 कर्मचारी यूनियन के प्रधान नरेंद्र सिंह, जिन्होंने स्पष्ट कहा है कि यदि बेवजह दर्जा 4 कर्मचारियों या स्टाफ नर्सों पर कार्रवाई करने की कोशिश की गई तो वह
अनिश्चितकालीन हड़ताल पर चले जाएंगे, क्योंकि डेथ डिक्लेयर करना और ये सारा काम डॉक्टरों का होता है। डॉक्टर खुद को बचाने के लिए ये जो है सारा मामले की लीपापोती कर रहे हैं। गुरु नानक देव अस्पताल से D4U न्यूज़ के लिए दीपक भंडारी की खास रिपोर्ट।